ਡੇਂਗੂ ਤੋਂ ਬਚ ਕੇ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਡੇਂਗੂ ਕਹਿਰ ਬਰਪਾ ਰਿਹਾ, ਸ਼ਹਿਰ ਸ਼ਹਿਰ ਡੇਂਗੂ ਦਾ ਕਹਿਰ ਹੈ, ਪਰ ਡੇਂਗੂ ਦੇ ਬਚਾਅ ਤੁਹਾਡੇ ਹੱਥਾਂ ਦੇ ਵਿੱਚ ਨੇ। ਸਾਵਧਾਨੀ ਹੈ ਤਾਂ ਸੁਰੱਖਿਆ ਵੀ ਹੈ। ਡੇਂਗੂ ਨੇ ਮਾਰ ਦਿੱਤਾ। ਡੇਂਗੂ ਦਾ ਕਹਿਰ ਜ਼ਿੰਦਗੀ ਨੂੰ ਛੀਨ ਰਿਹਾ। ਡੇਂਗੂ ਇਸ ਕਦਰ ਬਰਪਾ ਰਿਹਾ ਕਹਿਰ ਕਿ ਜ਼ਿੰਦਗੀ ਡੇਂਗੂ ਦੇ ਅੱਗੇ ਸਸਤੀ ਲੱਗ ਰਹੀ ਹੈ। ਡੇਂਗੂ ਦਾ ਡੰਕ ਡਰਾ ਰਿਹਾ। ਪਿਛਲੇ ਸਾਲ ਦੇ ਨਾਲੋਂ ਹੋਰ ਵੀ ਘਾਤਕ ਰਿਪੋਰਟ ਹੈ। ਐਵਰੇਜ ਮੁਤਾਬਿਕ ਇੱਕ ਦਿਨ ਦੇ ਵਿੱਚ ਇੱਕ ਜ਼ਿਲ੍ਹੇ 'ਚ 30 ਤੋਂ 40 ਮਰੀਜ਼ ਸਾਹਮਣੇ ਆ ਰਹੇ ਨੇ। पंजाब च डेंगू का डंक मध्य अक्तूबर तक केस 2021 8600 केस, 2020 दे विच 3200 केस। सूबे के 5 जिलों च सब तो ज्यादा असर है। 1000 तो लैके 1500 तक केस आ चुके हैं। बठिंडा, मोहाली, हुशियारपुर, अमृतसर, पठानकोट। हालात ये नहीं कि प्रशासन ने वक्रे डेंगू वार्ड बना दिते हैं, क्योंकि एस्पेक्टेड डेंगू के रोजाना कई मरीज ने। यह भी मन्निया जा रहा है कि नवंबर के मध्य तक डेंगू का पूरा जोर रहने वाला है। पुरानी बीमारी होने करके डेंगू के इलाज तो सब जाणू ने। हुण वेखदे हां डेंगू के लक्षण की ने। तेज बुखार, सिर दर्द, अखां दे विच दर्द, जोड़ां 'च दर्द, जुकाम, उल्टियां ते गंभीर लक्षणां ते भी नज़र पाउने आ। गंभीर हालत विच डेंगू के लक्षण पेट दर्द, उल्टी आउणा, मसूड़ियां 'च खून, थकावट, बेचैनी, साह लैण दे विच दिक्कत। ਤੇ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਡੇਂਗੂ ਡਰਾਈਵ ਚਲਾਈ ਜਾ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕਰ ਫਰਾਈਡੇ ਨੂੰ ਡਰਾਈ ਡੇ ਵਜੋਂ ਮਨਾਉਣ ਨੂੰ ਕਿਹਾ। ਗਾਈਡਲਾਈਨ ਅਨੁਸਾਰ ਅਸੀਂ ਇਹ ਡੇਂਗੂ ਡਰਾਈਵ ਚਲਵਾ ਰਹੇ ਹਾਂ ਜੀ ਸਾਰੇ ਸ਼ਹਿਰ ਦੇ ਵਿੱਚ। ਅਸੀਂ ਸਵੇਰ ਦੇ 4-5 ਇਲਾਕੇ ਜਾ ਚੁੱਕੇ ਹਾਂ, ਜਿਵੇਂ ਡਕਾਲਾ ਰੋਡ, ਆਪਣਾ ਰਵਿਦਾਸ ਕਲੋਨੀ, ਮਾਡਲ ਟਾਊਨ ਦੇ ਵਿੱਚ ਤੇ ਇੱਥੇ ਸਰਕਾਰੀ ਕੁਆਟਰਾਂ ਨੂੰ ਦੇਖਣ ਆਏ ਹਾਂ। ਤੇ ਡੇਂਗੂ ਦੇ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਮੋਹਾਲੀ ਦੀ ਕੀ ਤਸਵੀਰ ਹੈ ਉਹ ਵੀ ਸੁਣਦੇ ਹਾਂ। ਸਭ ਤੋਂ ਪਹਿਲਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਣੇ ਆਪਣੇ ਘਰਾਂ ਦੇ ਅੰਦਰ ਤੁਸੀਂ ਪਾਣੀ ਦੇਖੋ। ਇਹ ਨਾ ਦੇਖੋ ਕਿ ਬਾਹਰ ਪਾਣੀ ਖੜਾ ਹੈ ਕਿ ਨਹੀਂ। ਗਮਲਿਆਂ 'ਚ ਸਭ ਨੂੰ ਪਤਾ ਹੈ, ਗਮਲਿਆਂ 'ਚ ਕੂਲਰਾਂ 'ਚ ਆਪਾਂ ਚੈੱਕ ਕਰਦੇ ਰਹਿੰਦੇ ਆ, ਬਟ ਸਾਨੂੰ ਸਭ ਤੋਂ ਜ਼ਿਆਦਾ ਪਾਣੀ ਮਿਲਦਾ ਲਾਰਵਾ ਮਿਲਦਾ ਜੋ ਘਰਾਂ 'ਚ ਰੱਖੇ ਹੁੰਦੇ ਗਮਲੇ ਅੰਦਰ, ਜਿਹੜੇ ਪੋਟਸ ਰੱਖਦੇ ਜਿਹਦੇ 'ਚ ਮਨੀ ਪਲਾਂਟ ਲਾ ਲਿਆ, ਬੈਂਬੂਜ਼ ਲਾ ਲਏ, ਉਹ ਆਪਾਂ ਇਨਡੋਰ ਪਲਾਂਟਸ ਰੱਖਦੇ ਆ, ਉਹ ਸਿਰਫ ਪਾਣੀ 'ਚ ਹੁੰਦੇ, ਮੋਸਟਲੀ ਉਹਦੇ 'ਚ ਲਾਰਵਾ ਮਿਲਦਾ। ਜਿਹੜੀਆਂ ਫ੍ਰਿਜ ਦੀਆਂ ਟਰੇਸ ਹੁੰਦੀਆਂ ਉਹਨਾਂ ਨੂੰ ਕੋਈ ਨਹੀਂ ਖੋਲ ਕੇ ਦੇਖਦਾ, ਜਿਹੜੀ ਪਿੱਛੇ ਨੀਚੇ ਹੁੰਦੀ ਹੈ। ਸਾਨੂੰ ਜਿੱਥੇ ਡੇਂਗੂ ਕੇਸਿਸ ਮਿਲ ਰਹੇ ਨੇ ਉੱਥੋਂ ਜ਼ਿਆਦਾ ਲਾਰਵਾ ਫ੍ਰਿਜ ਦੀ ਟਰੇ 'ਚੋਂ ਮਿਲ ਰਿਹਾ। ਸੋ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਹ ਆਪਣੇ ਘਰਾਂ ਦੇ ਅੰਦਰ ਦੇਖੋ ਪਹਿਲਾਂ। ਡੇਂਗੂ ਨੂੰ ਲੈ ਕੇ ਲਗਾਤਾਰ ਹੈਲਥ ਡਿਪਾਰਟਮੈਂਟ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਮੋਹਾਲੀ ਜ਼ਿਲ੍ਹੇ ਦੇ 6 ਫੇਸ ਹਸਪੀਟਲ 'ਚ ਅਸੀਂ ਪਹੁੰਚੇ, ਜਿੱਥੇ ਜਿਹੜੇ ਪੇਸ਼ੈਂਟਸ ਨੇ ਉਹ ਕਾਫੀ ਵਧੇ ਨੇ। ਹਾਲਾਂਕਿ ਇਹਨਾਂ ਦੀ ਲਗਾਤਾਰ ਜਿਹੜੀ ਹੈ ਉਹ ਕੇਅਰ ਕੀਤੀ ਜਾ ਰਹੀ ਹੈ। ਲਗਾਤਾਰ ਅਵੇਅਰਨੈਸ ਦੇ ਨਾਲ ਨਾਲ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਵੀ ਕੀਤਾ ਜਾ ਰਿਹਾ। ਇਹਦਾ ਜਿਹੜਾ ਕਹਿਰ ਇਸ ਵਾਰ ਜ਼ਿਆਦਾ ਇਸ ਕਰਕੇ ਵੀ ਹੈ ਕਿਉਂਕਿ ਇਸ ਵਾਰ ਜਿਹੜਾ ਬੇਮੌਸਮੀ ਬਰਸਾਤ ਹੈ, ਜਿਹਦੇ ਕਰਕੇ ਪਾਣੀ ਬਹੁਤ ਜ਼ਿਆਦਾ ਜਮ੍ਹਾਂ ਹੋ ਰਿਹਾ ਤੇ ਡੇਂਗੂ ਦਾ ਜਿਹੜਾ ਮੱਛਰ ਹੈ ਉਹ ਫਰੈਸ਼ ਵਾਟਰ ਦੇ ਵਿੱਚ ਹੁੰਦਾ ਹੈ। ਫਰੈਸ਼ ਵਾਟਰ ਦੇ ਵਿੱਚ ਹੋਣ ਕਰਕੇ ਹੁਣ ਮੀਂਹ ਦੇ ਨਾਲ ਜਿਹੜਾ ਫਰੈਸ਼ ਵਾਟਰ ਅਕਮੂਲੇਟ ਹੁੰਦਾ ਹੈਗਾ ਉਹਦੇ ਉੱਤੇ ਮੱਛਰ ਪਣਪਦਾ ਤੇ ਆਪਾਂ ਇਸ ਨੂੰ ਮੱਛਰ ਨੂੰ ਕਹਿੰਦੇ ਉਹਨੇ ਬਚਾਅ ਦੇ ਵਿੱਚ ਹੀ ਇਲਾਜ ਹੀ ਬਚਾਅ ਹੈ। ਠੀਕ ਹੈ ਜੀ। ਤੇ ਉਹ ਬਚਾਅ ਦੇ ਵਿੱਚ ਹੀ ਹੈ ਕਿ ਆਪਾਂ ਨੇ ਆਪਣੇ ਆਲਾ ਦੁਆਲਾ ਬਿਲਕੁਲ ਪਾਣੀ ਨਹੀਂ ਖੜਨ ਦੇਣਾ ਕਿਤੇ ਵੀ। ਜੇ ਕਿਤੇ ਤੁਹਾਨੂੰ ਲੱਗਦਾ ਕੋਈ ਖੱਡਾ ਹੈ ਉਹਨੂੰ ਭਰਵਾਉਣਾ ਹੈ। ਜੇ ਕਿਤੇ ਤੁਹਾਡੇ ਆਪਦੇ ਘਰਾਂ ਦੇ ਵਿੱਚ, ਲੋਕਾਂ ਦੇ ਘਰਾਂ ਦੇ ਵਿੱਚ ਜਿਵੇਂ ਕੋਈ ਗਮਲੇ ਹੈ ਜਾਂ ਕੁਝ ਹੋਰ ਹੈ ਜਿਨ੍ਹਾਂ ਵਿੱਚ ਪਾਣੀ ਇਕੱਠਾ ਹੋ ਰਿਹਾ ਮੀਂਹ ਕਰਕੇ, ਉਹਨਾਂ ਨੂੰ ਖਾਲੀ ਕਰੋ। ਲੋੜ ਹੈ ਸਮੇਂ ਨੂੰ ਵਿਚਾਰਨ ਦੀ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ ਦੀ। ਡੈਸਕ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਬਠਿੰਡਾ ਦੇ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਜੇ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ 1140 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ, ਪਰ ਪ੍ਰਸ਼ਾਸਨਿਕ ਪ੍ਰਬੰਧਾਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ।
ਪਹਿਲਾਂ ਕਰੋਨਾ ਤੇ ਹੁਣ ਡੇਂਗੂ। ਇਹ ਮੰਨਿਆ ਜਾ ਰਿਹਾ ਸੀ ਕਿ ਸਤੰਬਰ 'ਚ ਕਰੋਨਾ ਦੀ ਤੀਜੀ ਲਹਿਰ ਆ ਜਾਵੇਗੀ। ਕਰੋਨਾ ਦੀ ਤੀਜੀ ਵੇਵ ਤਾਂ ਆਈ ਨਹੀਂ, ਪਰ ਡੇਂਗੂ ਨੇ ਜ਼ਰੂਰ ਪਰੇਸ਼ਾਨ ਕਰ ਦਿੱਤਾ ਹੈ। ਪੰਜਾਬ ਹਰਿਆਣਾ 'ਚ ਡੇਂਗੂ ਦੇ ਰੋਜ਼ਾਨਾ ਕੇਸ ਵੱਧ ਰਹੇ ਨੇ। ਪੰਜਾਬ ਦੇ ਬਠਿੰਡਾ 'ਚ ਡੇਂਗੂ ਬੇਕਾਬੂ ਹੋ ਗਿਆ। ਰੋਜ਼ਾਨਾ ਕੇਸ ਵੱਧ ਰਹੇ ਨੇ ਤੇ ਸਰਕਾਰੀ ਅੰਕੜਿਆਂ ਮੁਤਾਬਿਕ ਹੁਣ ਤੱਕ 1100 ਕੇਸ ਆ ਚੁੱਕੇ ਨੇ। ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਨੂੰ ਡੇਂਗੂ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਕਰੋਨਾ ਸਮੇਂ ਇਸ ਸਕੂਲ ਨੂੰ ਕੋਵਿਡ ਵਾਰਡ ਬਣਾ ਦਿੱਤਾ ਗਿਆ ਸੀ। ਇਸ ਸਕੂਲ 'ਚ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਹਸਪਤਾਲ 'ਚ ਇਲਾਜ ਮੁਫਤ ਕੀਤਾ ਜਾਵੇਗਾ। ਸਾਡੇ ਜਿੰਨੇ NGO ਭਰਾ ਹੈ ਇਹਨਾਂ ਨੇ ਸਾਰਿਆਂ ਨੇ ਹੌਸਲਾ ਦਿੱਤਾ ਡਾਕਟਰਸ ਨੇ ਕਿ ਆਪਾਂ ਇੱਕ ਡੇਂਗੂ ਦਾ ਵੀ ਇੱਕ ਦਿਨ ਐਪੀਡੈਮਿਕ ਫੈਲ ਚੁੱਕਿਆ। ਅਸੀਂ 3 ਦਿਨ ਪਹਿਲਾਂ ਸੋਚਿਆ ਕਿ ਆਪਾਂ ਇਹਨੂੰ ਖੋਲੀਏ। ਸਾਡੇ ਕੋਲ ਇਸ ਤਰ੍ਹਾਂ ਹਰ ਟਾਈਪ ਦਾ ਅਰੇਂਜਮੈਂਟ ਹੈਗਾ ਪੇਸ਼ੈਂਟ ਵਾਸਤੇ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ। ਈਵਨ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਮੈਡੀਸਿਨ ਦੀ, ਉਹ ਸਾਡੇ ਕੋਲ ਅਵੇਲੇਬਲ ਹੈਗੀ। ਡਾਕਟਰ 24 ਘੰਟੇ ਇੱਥੇ ਅਵੇਲੇਬਲ ਹੈਗੇ। ਸੂਬੇ ਅੰਦਰ ਵੱਧ ਰਹੇ ਡੇਂਗੂ ਕੇਸਾਂ ਨੂੰ ਲੈ ਕੇ ਸਰਕਾਰ ਵੀ ਚਿੰਤਤ ਹੈ। ਸਿਹਤ ਮੰਤਰੀ ਨੇ ਕਿਹਾ ਕਿ ਡੇਂਗੂ ਤੋਂ ਬਚਣ ਲਈ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਨੇ। ਚੰਡੀਗੜ੍ਹ ਦੇ ਅਫਸਰ ਵੀ ਇੱਥੇ ਨੇ, ਸੈਕਟਰੀ ਸਾਹਿਬ ਸਾਡੇ ਹੈਲਥ ਦੇ ਉਹ ਵੀ ਇੱਥੇ ਨੇ, ਤੁਸੀਂ ਵੇਖ ਰਹੇ ਹੋ। ਸਾਰੇ ਡਾਇਰੈਕਟਰ MD ਸਾਰੇ ਇੱਥੇ ਨੇ। ਸੋ ਅਸੀਂ ਇੱਥੋਂ ਹੀ ਫੀਲਡ 'ਚ ਜਾ ਰਹੇ ਹਾਂ। ਸੋ ਹਰ ਤਰ੍ਹਾਂ ਦੀ ਤਿਆਰੀ ਜਿਹੜੀ ਆ ਸਰਕਾਰ ਵੱਲੋਂ ਆ। ਇਸ ਮੱਛਰ ਨੂੰ ਮਾਰਨ ਵਾਸਤੇ ਫੋਕਿੰਗ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਅਸੀਂ ਹਰ ਸ਼ਹਿਰ 'ਚ ਸਵੇਰੇ ਵੀ ਸ਼ਾਮੀ ਵੀ ਸਾਡੀਆਂ ਟੀਮਾਂ ਜਾ ਰਹੀਆਂ ਨੇ। ਡੇਂਗੂ ਦੇ ਲੱਛਣ ਕੀ ਹੁੰਦੇ ਨੇ ਇਹ ਵੀ ਦੱਸਦੇ ਹਾਂ। ਇਸ ਨਾਲ ਤੇਜ਼ ਬੁਖਾਰ, 2 ਤੋਂ 7 ਦਿਨਾਂ ਤੱਕ ਬੁਖਾਰ ਚੜ੍ਹਨਾ, ਪਸੀਨਾ ਆ ਕੇ ਬੁਖਾਰ ਉਤਰਨਾ, ਮੂੰਹ ਦਾ ਸਵਾਦ ਵਿਗੜਨਾ, ਹੱਥਾਂ ਪੈਰਾਂ 'ਚ ਦਰਦ, ਭੁੱਖ ਨਾ ਲੱਗਣਾ, ਅੱਖਾਂ 'ਚ ਦਰਦ, ਕਮਜ਼ੋਰੀ ਮਹਿਸੂਸ ਹੋਣਾ, ਜੋੜਾਂ 'ਚ ਦਰਦ। ਡੇਂਗੂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਇਹ ਵੀ ਦੱਸਦੇ ਹਾਂ। ਚੰਗੇ ਡਾਕਟਰ ਦੀ ਸਲਾਹ, ਜ਼ਿਆਦਾ ਆਰਾਮ, ਪਾਣੀ ਉਬਾਲ ਕੇ ਪੀਓ, ਦੁੱਧ, ਫਲ, ਹਰੀਆਂ ਸਬਜ਼ੀਆਂ ਦਾ ਸੇਵਨ ਕਰੋ, ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕਰੋ, ਕੂਲਰ, ਗਮਲਿਆਂ ਆਦਿ 'ਚ ਪਾਣੀ ਖੜਾ ਨਾ ਰੱਖੋ। ਤੇਜ਼ੀ ਨਾਲ ਵੱਧ ਰਹੇ ਕਰੋਨਾ ਨੂੰ ਰੋਕਣ ਲਈ ਸਰਕਾਰ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ। ਸਾਨੂੰ ਵੀ ਲੋੜ ਹੈ ਸਤਰਕ ਰਹਿਣ ਦੀ, ਤਾਂ ਜੋ ਬਿਮਾਰੀ ਤੇ ਠੱਲ ਪਾਈ ਜਾ ਸਕੇ। ਬਠਿੰਡਾ ਤੋਂ ਸੂਰਜ ਭਾਣ ਦੀ ਰਿਪੋਰਟ, ਨਿਊਜ਼ 18 ਪੰਜਾਬ। ਗੁਰੂਗ੍ਰਾਮ ਦੇ ਵਿੱਚ ਡੇਂਗੂ ਦੇ ਡੰਕ ਨੇ ਇੱਕ ਵਾਰ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਸਾਈਬਰ ਸਿਟੀ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਹੀ ਤਕਰੀਬਨ 100 ਕੇਸ ਮੌਜੂਦਾ ਵਕਤ ਹੁਣ ਤੱਕ ਦਰਜ ਕੀਤੇ ਜਾ ਚੁੱਕੇ ਨੇ। ਹਾਲਾਂਕਿ ਡੇਂਗੂ ਦੇ ਵਾਧੇ ਮਾਮਲਿਆਂ ਨੂੰ ਲੈ ਕੇ ਡੋਰ ਟੂ ਡੋਰ ਲਾਰਵਾ ਚੈਕਿੰਗ ਦੇ ਨਾਲ ਫੋਗਿੰਗ ਵੀ ਕਰਾਈ ਜਾ ਰਹੀ ਹੈ। ਗੁਰੂਗ੍ਰਾਮ ਦੇ ਵਿੱਚ ਡੇਂਗੂ ਦੇ ਡੰਗ ਇੱਕ ਵਾਰ ਫਿਰ ਤੋਂ ਪੈਰ ਪਸਾਰਨ ਲੱਗੇ ਨੇ। ਸਾਈਬਰ ਸਿਟੀ ਦੇ ਵਿੱਚ ਅਕਤੂਬਰ ਮਹੀਨੇ 'ਚ ਤਕਰੀਬਨ 100 ਕੇਸ ਮੌਜੂਦਾ ਤੱਕ ਦਰਜ ਕੀਤੇ ਜਾ ਚੁੱਕੇ ਨੇ। ਹਾਲਾਂਕਿ ਡੇਂਗੂ ਦੇ ਵਾਧੇ ਮਾਮਲਿਆਂ ਨੂੰ ਲੈ ਕੇ ਡੋਰ ਟੂ ਡੋਰ ਲਾਰਵਾ ਚੈਕਿੰਗ ਦੇ ਨਾਲ ਫੋਗਿੰਗ ਵੀ ਕਰਾਈ ਜਾ ਰਹੀ ਹੈ। ਪਰ ਬਾਵਜੂਦ ਇਸ ਦੇ ਡੇਂਗੂ ਜ਼ਿਲ੍ਹਾ ਸਿਹਤ ਵਿਭਾਗ ਦੀ ਚਿੰਤਾ ਅਤੇ ਪਰੇਸ਼ਾਨੀ ਹੋਰ ਵਧਣ ਲੱਗੀ ਹੈ। ਉੱਥੇ ਇਸ ਮਾਮਲੇ ਦੇ ਵਿੱਚ ਮੁੱਖ ਚਿਕਿਤਸਕ ਅਧਿਕਾਰੀ ਦੀ ਮੰਨੀਏ ਤਾਂ ਇਸ ਵਾਰ ਮੌਨਸੂਨੀ ਬਰਸਾਤ ਵਧੀਆ ਹੋਣ ਦੇ ਚੱਲਦੇ ਉਮੀਦ ਜਤਾਈ ਜਾ ਰਹੀ ਸੀ ਕਿ ਡੇਂਗੂ ਇਸ ਵਾਰ ਪਰੇਸ਼ਾਨ ਕਰ ਸਕਦਾ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਰਵਾ ਚੈਕਿੰਗ ਹੋਵੇ, ਨੋਟਿਸ ਹੋਣ ਜਾਂ ਫਿਰ ਬੈਡਸ ਦੀ व्यवस्था हुए हर एक काम करना शुरू कर देता है। आज तक का अगर मैं गुड़गांव की बात करूं तो डेंगू के कुल मिलाकर 131 केस जो है वो आ चुके हैं और पिछले सालों के मुकाबले डेंगू की संख्या जो है वो ज़्यादा है। गुड़गांव में कभी मैक्सिमम केसेस अगर डेंगू के रिपोर्ट हुए थे तो 451 के करीब केसेस रिपोर्ट हुए थे, जो संभवतः 4 साल पहले रिपोर्ट हुए थे। लेकिन इस बार आपको जैसा मालूम है कि मानसून की अधिकता रही है और सामान्य से ज़्यादा मानसून रहा, जगह जगह जल भराव रहा और लगातार बारिश की वजह से एक्सपेक्टेड था कि डेंगू के केसेस में इजाफा होगा, क्योंकि जो है मच्छरों की जो संख्या या तादाद कहूँ जल भराव या अन्य कारणों से या इतने लगातार मानसून सक्रिय रहने से बढ़ी है और इस वजह से इस बार डेंगू के केसेस काफ़ी हैं।
ਉੱਥੇ ਇਸ ਮਾਮਲੇ ਦੇ ਵਿੱਚ ਸੀਐਮਓ ਗੁਰੂਗ੍ਰਾਮ ਦੀ ਮੰਨੀਏ ਤਾਂ ਅਕਤੂਬਰ ਮਹੀਨੇ ਦੇ ਵਿੱਚ ਹੀ 100 ਦੇ ਕਰੀਬ ਪੋਜ਼ਿਟਿਵ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ, ਜਦਕਿ 2000 ਤੋਂ ਜ਼ਿਆਦਾ ਸ਼ੱਕੀ ਮਾਮਲੇ ਦਰਜ ਹੋਏ ਨੇ। ਸੀਐਮਓ ਗੁਰੂਗ੍ਰਾਮ ਦੀ ਮੰਨੀਏ ਤਾਂ ਡੇਂਗੂ ਦੇ ਟੈਸਟ ਦੇ ਰੇਟ ਡਿਸਾਈਡ ਕੀਤੇ ਜਾ ਚੁੱਕੇ ਨੇ। ਸਾਰੇ ਪ੍ਰਾਈਵੇਟ ਲੈਬ ਦੇ ਵਿੱਚ ਸਿਰਫ 600 ਰੁਪਏ ਦੇ ਵਿੱਚ ਡੇਂਗੂ ਦੇ ਟੈਸਟ ਦੇ ਲਈ ਵਸੂਲੇ ਜਾ ਸਕਦੇ ਨੇ, ਜਦਕਿ ਇਹੀ ਟੈਸਟ ਸਰਕਾਰੀ ਹਸਪਤਾਲ 'ਚ ਫ੍ਰੀ 'ਚ ਕੀਤਾ ਜਾਵੇਗਾ। ਡੇਂਗੂ ਦੇ ਪਲੇਟਲੈਟ ਦੇ ਰੇਟ ਵੀ ਪ੍ਰਦੇਸ਼ ਸਰਕਾਰ ਦੇ ਵੱਲੋਂ ਨਿਰਧਾਰਿਤ ਕਰ ਦਿੱਤੇ ਗਏ ਨੇ, ਜਦਕਿ ਇਹ ਸੁਵਿਧਾ ਸਰਕਾਰੀ ਹਸਪਤਾਲ 'ਚ ਫ੍ਰੀ ਰਹੇਗੀ। टेस्ट का रेट जो है 600 रुपये निर्धारित किया गया, इससे अधिक नहीं ले सकते। और RT-PCR के माध्यम से भी अगर कन्फर्मेटरी टेस्ट किया जाता है तो 1000 से ज़्यादा वो आप पैसा नहीं चार्ज कर सकते। लेकिन आपने ये जो बात बताई वो बिल्कुल वाजिब बात है, जहाँ ज़्यादा चार्जिंग हो रही है उसकी शिकायत करें। इसके अलावा जो आपने कहा प्राइवेट अस्पताल भी कुछ ऐसे टाइम पर जो हैं वो लोग अननेसेसरली चार्ज करते हैं। सभी वायरल फीवर्स के सिम्टम सेम होते हैं, या मलेरिया का फीवर भी ही ऑलमोस्ट डेंगू जैसे सिम्टम होते हैं। स्क्रब टाइफस हो या लेप्टोस्पायरियासिस हो, वो भी डेंगू जैसे सिम्टम्स होते हैं। तो आप एक तो अपनी मर्जी से इलाज ना करें घर पर, सिर्फ अगर बुखार हो तो क्रोसिन लें, डिस्प्रिन, डाइक्लोफेनेक, ब्रूफेन या इन दवाओं का सेवन ना करें, इससे आपके नुकसान हो सकता है। ਕਾਬਲੇ ਗੌਰ ਹੈ ਕਿ 4 ਸਾਲ ਪਹਿਲਾਂ ਡੇਂਗੂ ਦੇ 452 ਮਾਮਲੇ ਦਰਜ ਕੀਤੇ ਗਏ ਸਨ, ਪਰ ਇਸ ਵਾਰ ਇਹਨਾਂ ਮਾਮਲਿਆਂ ਨੂੰ ਵੇਖ ਕੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕੋਰੋਨਾ ਤੋਂ ਬਾਅਦ ਹੁਣ ਡੇਂਗੂ ਸਾਈਬਰ ਸਿਟੀ ਵਾਸੀਆਂ ਨੂੰ ਪਰੇਸ਼ਾਨ ਕਰਨ ਦੀ ਪੂਰੀ ਤਿਆਰੀ ਕਰ ਚੁੱਕਾ ਹੈ ਤੇ ਹੋਰ ਅਜੇ ਕਿੰਨਾ ਕਰੇਗਾ। ਗੁਰੂਗ੍ਰਾਮ ਤੋਂ ਧਰਮਪੀਰ ਸ਼ਰਮਾ, ਨਿਊਜ਼ 18। ਫਤਿਆਬਾਦ ਦੇ ਵਿੱਚ ਡੇਂਗੂ ਬੇਕਾਬੂ ਹੋ ਰਿਹਾ। 2 ਦਿਨਾਂ ਦੇ ਵਿੱਚ ਡੇਂਗੂ ਦੇ 36 ਨਵੇਂ ਮਾਮਲੇ ਸਾਹਮਣੇ ਆਏ ਨੇ। ਅਜਿਹੀ ਚ ਜ਼ਿੰਮੇਵਾਰੀ ਸਭ ਦੀ ਹੈ, ਕਿਉਂਕਿ ਸਾਵਧਾਨੀ ਦੇ ਵਿੱਚ ਹੀ ਸੁਰੱਖਿਆ ਹੈ। ਡੇਂਗੂ ਕਹਿਰ ਵਰਤਾ ਰਿਹਾ ਹੈ, ਰੋਕਣ ਤੇ ਵੀ ਨਹੀਂ ਰੁਕ ਰਿਹਾ। ਸਿਹਤ ਵਿਭਾਗ ਲੱਖ ਕੋਸ਼ਿਸ਼ ਕਰ ਰਿਹਾ ਹੈ, ਪਰ ਡੇਂਗੂ ਹੈ ਕਿ ਹਟਣ ਦਾ ਨਾਮ ਨਹੀਂ ਲੈ ਰਿਹਾ। ਸਿਹਤ ਵਿਭਾਗ ਨੇ ਨਗਰ ਪ੍ਰੀਸ਼ਦ ਨੂੰ ਸ਼ਹਿਰ ਦੇ ਵਿੱਚ ਫੋਗਿੰਗ ਦੇ ਲਈ ਕਿਹਾ ਹੈ। ਫਤਿਆਬਾਦ 'ਚ ਡੇਂਗੂ ਦੀ ਰਫ਼ਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਆਏ ਦਿਨ ਡੇਂਗੂ ਦੇ ਮਾਮਲੇ ਰਿਪੋਰਟ ਕੀਤੇ ਜਾ ਰਹੇ ਨੇ। ਡੇਂਗੂ ਦਾ ਸਭ ਤੋਂ ਜ਼ਿਆਦਾ ਅਸਰ ਫਤਿਆਬਾਦ ਸ਼ਹਿਰ ਦੇ ਵਿੱਚ ਵੇਖਿਆ ਜਾ ਰਿਹਾ ਹੈ। ਡੇਂਗੂ ਦੇ ਲਿਹਾਜ਼ ਦੇ ਨਾਲ ਫਤਿਆਬਾਦ ਸ਼ਹਿਰ ਹੌਟਸਪੌਟ ਬਣ ਕੇ ਸਾਹਮਣੇ ਆਇਆ ਹੈ। सबसे ज़्यादा समस्या हमारे फतेहाबाद ज़िले में आई है, क्योंकि यहाँ की पॉपुलेशन एक तो ज़्यादा है और गलियाँ भीड़ी हैं। दूसरा, लोगों में अवेयरनेस होने के बावजूद भी, क्योंकि हमारे यहाँ अवेयरनेस की तो कमी नहीं है लोगों के अंदर, लेकिन अमल में लेके नहीं आ रहे हैं इन चीज़ों को। कि हम अभी शॉर्ट सर्किट एक्शन करने घर पे गए थे, मैं सिविल सर्जन साहब, तो उनको बार बार हमारी जो टीम जाती है एमपीआई मेल्स की, ब्रीडिंग चेकर्स वगैरह की, और हमारी एनएम्स भी घरों पे डोर टू डोर विजिट करती हैं। और वहाँ हमने पाया कि बहुत सारे लोगों के अंदर घरों में डेंगू के लार्वे पाए गए, जिनको हमने टाइमीफॉस वगैरह डलवाया गया और उनको मारा गया, और उनको शॉर्ट डायरेक्शन जो एक्टिविटीज़ है हमने उनको बढ़ा दिया है हमारे ज़िले के अंदर। वाधे डेंगू के मामले के कारण जिथे सेहत विभाग चिंतित है, उत्थे ही आम जनता भी परेशान है। ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਫੀਲਡ ਦੇ ਵਿੱਚ ਸੈਂਪਲਿੰਗ ਲੈ ਰਹੀਆਂ ਨੇ ਤੇ ਡੋਰ ਟੂ ਡੋਰ ਜਾ ਕੇ ਡੇਂਗੂ ਦੇ ਲਾਰਵਾ ਨੂੰ ਖਤਮ ਕਰਨ ਦੇ ਵਿੱਚ ਲੱਗੀ ਹੋਈ ਹੈ। ਬਾਵਜੂਦ ਇਸ ਦੇ ਡੇਂਗੂ ਦੇ ਕੇਸਾਂ ਦੇ ਵਿੱਚ ਹਰ ਦਿਨ ਵਾਧਾ ਹੋ ਰਿਹਾ ਹੈ। ਫਤਿਆਬਾਦ ਸ਼ਹਿਰ ਦੇ ਬਿਗੜ ਰੋਡ, ਪਰਸ਼ੂਰਾਮ ਮੰਦਰ, ਅਰੋੜਵੰਸ਼ ਧਰਮਸ਼ਾਲਾ ਰੋਡ, ਅਗਰਵਾਲ ਕਲੋਨੀ ਵਰਗੇ ਇਲਾਕਿਆਂ ਦੇ ਵਿੱਚ ਨਵੇਂ ਕੇਸ ਮਿਲੇ ਨੇ, ਜਿਸ ਦੇ ਬਾਅਦ ਵਿਭਾਗ ਦੀਆਂ ਟੀਮਾਂ ਨੇ ਇੱਥੇ ਸਰਵੇ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਦੇ ਡਿਪਟੀ ਸੀਐਮਓ ਡਾਕਟਰ ਹਨੂਮਾਨ ਦੀ ਮੰਨੀਏ ਤਾਂ ਅਜੇ ਸਥਿਤੀ ਕੰਟਰੋਲ ਦੇ ਵਿੱਚ ਹੈ, ਪਰ ਲੋਕਾਂ ਨੂੰ ਥੋੜੀ ਇhtiyat ਵਰਤਣੀ ਹੋਵੇਗੀ। ਉੱਥੇ ਸਿਹਤ ਵਿਭਾਗ ਘਰ ਘਰ ਜਾ ਕੇ ਸਰਵੇ ਕਰ ਰਿਹਾ ਹੈ ਤੇ ਜਿੱਥੇ ਵੀ ਡੇਂਗੂ ਮੱਛਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਦਾ ਹੈ, ਉੱਥੇ ਹੀ ਨੋਟਿਸ ਜਾਰੀ ਕੀਤਾ ਜਾਂਦਾ ਹੈ। ਨਾਲ ਹੀ ਲਾਰਵਾ ਨੂੰ ਨਸ਼ਟ ਕਰਨ ਵਾਲੀ ਦਵਾਈ ਦਾ ਵੀ ਛਿੜਕਾਅ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਡੇਂਗੂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ। ਨਗਰ ਪ੍ਰੀਸ਼ਦ ਦੇ ਨਾਲ ਤਾਲਮੇਲ ਬਣਾ ਕੇ ਜ਼ਿਲ੍ਹੇ ਦੇ ਵਿੱਚ ਫੋਗਿੰਗ ਦਾ ਸ਼ਡਿਊਲ ਬਣਾਇਆ ਜਾ ਰਿਹਾ ਹੈ ਤਾਂ ਕਿ ਸਮਾਂ ਰਹਿੰਦਿਆਂ ਜ਼ਿਲ੍ਹੇ ਦੇ ਵਿੱਚ ਫੋਗਿੰਗ ਕਰਵਾਈ ਜਾ ਸਕੇ।
ਤੇ ਡੇਂਗੂ ਦੇ ਸੰਭਾਵਿਤ ਖਤਰੇ ਨੂੰ ਟਾਲਿਆ ਜਾ ਸਕੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਸੋ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਸੀ। ਦਿਓ ਇਜਾਜ਼ਤ। ਧੰਨਵਾਦ।